ਤੇ ਸਭ ਦੇ ਵਿਚਾਲੇ मूसेवाला ਦੇ करीबी शगनप्रीत ਨੂੰ झटका लग्या है। हाई कोर्ट ने अगाह जमानत अर्जी खारिज कर दी है। हाई कोर्ट ने अगाह जमानत की अर्जी शगनप्रीत की खारिज कर दी है। हाई कोर्ट ने शगनप्रीत ਨੂੰ झटका दिता है। ਤੁਹਾਨੂੰ ਦੱਸਦੀ ਹੈ शगनप्रीत सिद्धू मूसेवाला ਦਾ ਸਭ ਤੋਂ ਨੇੜਲਾ ਮੰਨਿਆ ਜਾਂਦਾ ਸੀ और शगनप्रीत ਦੇ ਉੱਤੇ ਇਲਜ਼ਾਮ ਇਹ ਲੱਗਿਆ ਕਿ ਉਸਨੇ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਜਿਹੜੇ ਕਾਤਿਲ ਸੀਗੇ ਉਹਨਾਂ ਨੂੰ ਲੌਜਿਸਟਿਕਸ ਮੁਹੱਈਆ ਕਰਾਏ ਸੀਗੇ, ਉਹਨਾਂ ਨੂੰ ਰਿਹਾਇਸ਼ ਮੁਹੱਈਆ ਕਰਾਈ ਸੀ। ਤੁਹਾਨੂੰ ਦੱਸਦੀ ਹੈ 3 ਜਿਹੜੇ ਸ਼ੂਟਰ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ। ਸਾਜਨ ਭੋਲੂ, ਅਨਿਲ ਲੱਠ ਦੀ ਗ੍ਰਿਫਤਾਰੀ ਜਿਹੜਾ ਹੋਈ ਸੀਗੀ। ਉਹਨਾਂ ਨੇ ਦੱਸਿਆ ਕਿ ਮੋਹਾਲੀ ਦੇ ਵਿੱਚ ਜਿਹੜਾ ਹੈਗਾ ਜਲਵਾਯੂ ਟਾਵਰ ਦੇ ਵਿੱਚ ਫਲੈਟ ਸੀਗਾ, ਇੱਕ ਬਿਲਡਿੰਗ ਹੈਗੀ ਹੈ, ਇੱਕ ਪੂਰੀ ਸੁਸਾਇਟੀ ਹੈਗੀ ਹੈ, ਉੱਥੇ ਫਲੈਟ ਸੀ ਸ਼ਗਨਪ੍ਰੀਤ ਦਾ ਜਿੱਥੇ ਉਹ ਰੁਕੇ ਸੀਗੇ ਔਰ ਇਹ ਫਲੈਟ ਸੀਗਾ ਸ਼ਗਨਪ੍ਰੀਤ ਦੇ ਨਾਂ ਤੇ। शगनप्रीत ਦੀ ਉਸ ਦਿਨ ਤੋਂ ਭਾਲ ਕੀਤੀ ਜਾ ਰਹੀ ਹੈ। ਸ਼ਗਨਪ੍ਰੀਤ ਜਿਹੜਾ ਹੈਗਾ ਵਿਦੇਸ਼ ਚਲ ਗਿਆ ਸੀਗਾ, ਉਸਨੇ ਅਰਜ਼ੀ ਦਾਖਲ ਕੀਤੀ ਸੀ ਆਪਣੀ ਵਕੀਲ ਦੇ ਥਰੂ, ਹਾਈ ਕੋਰਟ ਦੇ ਵਿੱਚ ਅਰਜ਼ੀ ਦਾਖਲ ਕੀਤੀ ਸੀ। ਅਦਾਲਤ ਨੇ ਹਾਲਾਂਕਿ ਸੁਰੱਖਿਆ ਦੇਣ ਦਾ ਹੁਕਮ ਜਿਹੜਾ ਹੈਗਾ ਦਿੱਤਾ ਹੈ, ਸ਼ਗਨਪ੍ਰੀਤ ਨੂੰ ਸੁਰੱਖਿਆ ਮਿਲੇਗੀ, ਪਰ ਅਗਾਹ ਜ਼ਮਾਨਤ ਅਰਜ਼ੀ ਜਿਹੜੀ ਹੈਗੀ ਹੈ ਉਹ ਖਾਰਿਜ ਕਰ ਦਿੱਤੀ ਗਈ ਹੈ। ਵਿੱਕੀ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਬੀਤੇ ਦਿਨੀ ਸ਼ਗਨਪ੍ਰੀਤ ਵੱਲੋਂ ਅਰਜ਼ੀ ਪਾਈ ਗਈ ਸੀਗੀ ਕਿ ਉਹ ਜਾਂਚ ਦੇ ਵਿੱਚ ਜਿਹੜਾ ਹੈਗਾ ਸ਼ਾਮਿਲ ਹੋਵੇਗਾ, पर उसनू अगाह जमानत जिहड़ी हैगी दित्ती जावे और दूजा उसनू सुरक्षा जिहड़ी हैगी दित्ती जावे क्योंकि उसकी जान नू खतरा है। जिस तरीके लगातार तस्वीर जिहड़ी हैगी पंजाब दे विच बनी हुई है सिद्धू मूसेवाला दे कतल तो बाद, इस सब ते जिहड़ा हैगा शगनप्रीत ने किते ना किते खदशा जाहिर किया सी कि उसकी जान नू खतरा हैगा, इस करके उसनू सिक्योरिटी दित्ती जावे। अगाह जमानत की अर्जी भी पाई सीगी पर अगाह जमानत अर्जी जिहड़ी हैगी है वो खारिज कर दित्ती गई है। हालांकि अदालत ने यह कहा है कि शगनप्रीत नू सुरक्षा जिहड़ी हैगी वो दित्ती जाएगी। इस वेले दी सब तो अहम खबर तुहानूं दस रहे हैं, शगनप्रीत जिहड़ा सिद्धू मूसेवाला दा पर्सनल मैनेजर, ऑफिशियली नहीं पर अनऑफिशियली पर्सनली उसते सारे जिहड़े कामकाज सीगे, सारे जिहड़े प्रोग्राम हुंदे सीगे वो ऑर्गेनाइज करन दे विच शगनप्रीत दी अहम भूमिका हुंदी सी ते शगनप्रीत नूं झटका लग्या हाई कोर्ट तो। उमेश शर्मा साडे सहयोगी फोन लाइन ते साडे नाल जुड़ रहे हैं। उमेश, हाई कोर्ट तो शगनप्रीत ਨੂੰ ਝਟਕਾ ਲੱਗਿਆ ਅੱਜ, ਕਈ ਦਿਨਾਂ ਤੋਂ ਇਹ ਮਾਮਲਾ ਚੱਲਿਆ ਆ ਰਿਹਾ ਸੀ। ਬਿਲਕੁਲ ਗਗਨ, ਇਹ ਮਾਮਲਾ ਰਿਜ਼ਰਵ ਰੱਖਿਆ ਗਿਆ ਸੀ ਕਿਉਂਕਿ ਜਦੋਂ ਕੋਈ ਫੈਸਲਾ ਰਿਜ਼ਰਵ ਰੱਖਿਆ ਜਾਂਦਾ ਤਾਂ ਉਹਦੀ ਪ੍ਰੋਨਾਂਸਮੈਂਟ ਹੁੰਦੀ ਹੈ ਔਰ ਅੱਜ ਹੀ ਇਹ ਲਿਸਟ ਵਿੱਚ ਆਇਆ ਔਰ ਪ੍ਰੋਨਾਂਸਮੈਂਟ ਹੋਈ ਹੈ ਕਿ ਜਿਹੜੀ ਐਂਟੀਸਪੇਟਰੀ ਯਾਨੀ ਕਿ ਅਗਾਹੂ ਜ਼ਮਾਨਤ ਹੈ ਉਹ ਕੋਰਟ ਨੇ ਖਾਰਿਜ ਕਰਤੀ ਹੈ, ਲੇਕਿਨ ਸਿਕਿਉਰਿਟੀ ਨੂੰ ਲੈ ਕੇ ਜਿਹੜਾ ਸ਼ਗਨਪ੍ਰੀਤ ਦਾ ਕੰਸਰਨ ਸੀ ਉਹ ਕੋਰਟ ਨੇ ਮੰਨ ਲਿਆ ਕਿ ਜਦੋਂ ਇੰਡੀਆ ਆਏ ਤਾਂ ਉਹਨੂੰ ਸਿਕਿਉਰਿਟੀ ਦਿੱਤੀ ਜਾਏਗੀ ਕਿਉਂਕਿ ਜਿਹੜਾ ਇੱਕ ਕੰਸਰਨ ਹੈ ਕਿ ਖਤਰਾ ਉਹਨਾਂ ਨੇ ਜਤਾਇਆ ਸੀ ਸ਼ਗਨਪ੍ਰੀਤ ਨੇ ਕਿ ਖਤਰਾ ਜਤਾਇਆ ਸੀਗਾ ਕਿ ਸਿੱਧੂ ਮੂਸੇਵਾਲਾ ਤੋਂ ਬਾਅਦ ਮਰਡਰ ਤੋਂ ਬਾਅਦ ਹੁਣ ਜਿਹੜਾ ਗਰੁੱਪ ਹੈ ਅਪੋਜ਼ਿਟ ਗਰੁੱਪ ਹੈ ਕਿਤੇ ਨਾ ਕਿਤੇ ਉਹਨਾਂ ਦੀ ਹੱਤਿਆ ਕਰ ਸਕਦਾ ਹੈ, ਉਹਨਾਂ ਨਾਲ ਵੀ ਏਦਾਂ ਹੀ ਮਰਡਰ ਹੋ ਸਕਦਾ ਹੈ। ਇਹ ਸਾਰੇ ਖਦਸ਼ੇ ਜਤਾਏ ਸੀਗੇ ਤੇ ਇਸ ਨੂੰ ਲੈ ਕੇ ਸਿਕਿਉਰਿਟੀ ਦਾ ਕਹਿਤਾ ਹੋਇਆ ਕੋਰਟ ਨੇ ਕਿ ਸਿਕਿਉਰਿਟੀ ਦਿੱਤੀ ਜਾਵੇਗੀ, ਲੇਕਿਨ ਅਗਾਹੂ ਜ਼ਮਾਨਤ ਦੇਣ ਤੋਂ ਕੋਰਟ ਨੇ ਸਾਫ਼ ਇਨਕਾਰ ਕਰਤਾ। ਹਾਲਾਂਕਿ ਇਹਦੇ ਵਿੱਚ ਡਿਟੇਲ ਆਰਡਰ ਹਲੇ ਆਣਾ ਬਾਕੀ ਹੈ ਕਿਉਂਕਿ ਡਿਟੇਲ ਆਰਡਰ ਵਿੱਚ ਕੀ ਪੁਆਇੰਟਸ ਕੋਰਟ ਨੂੰ ਲੱਗਿਆ, ਕਿਸ ਬੇਸ ਤੇ ਅਗਾਹੋਂ ਜ਼ਮਾਨਤ ਖਾਰਿਜ ਹੋਈ, ਉਹ ਸਾਰਾ ਇੱਕ ਵੇਰਵਾ ਲਿਖਿਆ ਹੁੰਦਾ ਤਾਂ ਉਹ ਸ਼ਾਮ ਤੱਕ ਆ ਜਾਏਗਾ ਜਾਂ ਕੱਲ ਤੱਕ ਜਦੋਂ ਵੀ ਅਪਲੋਡ ਹੁੰਦਾ। ਲੇਕਿਨ ਇੰਨਾ ਜ਼ਰੂਰ ਹੈ ਕਿ ਡਿਸਪੋਜ਼ ਆਫ ਕੀਤੀ ਯਾਨੀ ਕਿ ਯਾਚਿਕਾ ਦਾ ਨਿਪਟਾਰਾ ਹੋ ਗਿਆ, ਅਗਾਹੋਂ ਜ਼ਮਾਨਤ ਖਾਰਿਜ ਹੈ ਲੇਕਿਨ ਸਿਕਿਉਰਿਟੀ ਦੇਤੀ ਗਈ ਹੈ। ਜੀ ਉਮੇਸ਼, ਸ਼ਗਨਪ੍ਰੀਤ ਦੇ ਵਕੀਲ ਜਿਹੜੇ ਨੇ ਉਹ ਕਈ ਵਾਰ ਲਗਾਤਾਰ ਸਾਡੇ ਨਾਲ ਗੱਲ ਕਰਦੇ ਰਹੇ ਨੇ, ਉਹਨਾਂ ਨੂੰ ਅਸੀਂ ਉਹਨਾਂ ਦੀ ਆਵਾਜ਼ ਜਿਹੜੀ ਹੈ ਕਿ ਦਰਸ਼ਕਾਂ ਤੱਕ ਵੀ ਅਸੀਂ ਪਹੁੰਚਾਈ ਹੈ, ਕੰਜਾ ਆਹੂਜਾ, ਉਹਨਾਂ ਦਾ ਕੀ ਕਹਿਣਾ ਹੈ ਕਿ ਸ਼ਗਨਪ੍ਰੀਤ ਹੁਣ ਜਾਂਚ ਦੇ ਵਿੱਚ ਸ਼ਾਮਿਲ ਹੋਵੇਗਾ, ਵਾਪਿਸ ਆਵੇਗਾ ਭਾਰਤ ਜਾਂ ਹਜੇ ਉਸ ਦੇ ਵਿੱਚ ਕੁਝ ਡਿਲੇ ਹੋਵੇਗਾ, ਅੱਗੇ ਕਿਤੇ ਅਪਲਾਈ ਕੀਤਾ ਜਾਵੇਗਾ ਅਗਾਂਹ ਜ਼ਮਾਨਤ ਦੇ ਲਈ? ਦੇਖੋ ਜਿੱਦਾਂ ਹੀ ਹਲੇ ਕਿਉਂਕਿ ਵਕੀਲ ਨੇ ਆਪਣੇ ਵੱਖ-ਵੱਖ ਕੋਰਟ ਵਿੱਚ ਕੇਸ ਲੱਗੇ ਹੋਏ ਨੇ, ਜਿੱਦਾਂ ਹੀ ਉਹ ਫ੍ਰੀ ਹੋਣਗੇ ਔਰ ਅਸੀਂ ਗੱਲਬਾਤ ਕਰਾਂਗੇ ਜ਼ਰੂਰ, ਇਸ ਆਰਡਰ ਦੇ ਬਾਰੇ ਜ਼ਰੂਰ ਪੁੱਛਾਂਗੇ ਜਿੱਦਾਂ ਹੀ ਉਹ ਫ੍ਰੀ ਹੋਣਗੇ। ਲੇਕਿਨ ਇੰਨਾ ਜ਼ਰੂਰ ਹੈ ਕਿ ਇੱਕ ਪਾਸੇ ਰਾਹਤ ਵੀ ਹੈ, ਇੱਕ ਪਾਸੇ ਨਹੀਂ ਵੀ। ਜੇ ਐਂਟੀਸਪੇਟਰੀ ਦੀ ਗੱਲ ਕਰੀਏ ਉਹ ਖਾਰਿਜ ਹੈ ਔਰ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਡਿਟੇਲ ਆਰਡਰ ਹਲੇ ਆਣਾ ਬਾਕੀ ਹੈ, ਸਿਰਫ ਇੱਕ ਪ੍ਰੋਨਾਂਸਮੈਂਟ ਦਾ ਵਰਡ ਹੋਇਆ ਹੈ ਕਿ ਡਿਸਪੋਜ਼ ਆਫ ਵਿਦ ਡਾਇਰੈਕਸ਼ਨਸ ਹੁੰਦੀਆਂ ਨੇ ਤੇ ਉਹ ਕਿਤੇ ਨਾ ਕਿਤੇ ਇੱਕ ਹੈ, ਡਿਟੇਲ ਆਰਡਰ ਹਲੇ ਆਣਾ ਬਾਕੀ ਹੈ। ਗਗਨ जी बहुत बहुत शुक्रिया उमेश इस तमाम जानकारी के लिए। उमेश शर्मा मेरे सहयोगी जानकारी दे रहे सन। हाई कोर्ट तो 2 चीज़ा आज हुई ने, एक मामले में शगनप्रीत ਨੂੰ ਝਟਕਾ लगे, अगाह जमानत खारिज कर दी गई अर्जी, दूजा जिहड़ा हैगा किते राहत मिली है, सुरक्षा जिहड़ी सीगी मंगी गई सीगी, अदालत ने कहा है कि सुरक्षा दी जानी चाहिए शगनप्रीत ਨੂੰ। सो एक पासे राहत हैगी, सुरक्षा दी जाएगी पर अगाह जमानत जिहड़ी हैगी ਉਹ नहीं दी जाएगी, ਇਹ क्लीयर कर दिता है हाई कोर्ट ने। ਹੁਣ ਵੇਖਣਾ ਇਹ ਵੀ ਹੋਏਗਾ ਕਿ ਕੀ ਅਗਾਹ ਜ਼ਮਾਨਤ ਦੇ ਲਈ ਅਪਰ ਕੋਰਟ ਜਿਹੜਾ ਹੈਗਾ ਉਹ ਜਾਇਆ ਜਾਂਦਾ ਹੈ, ਸ਼ਗਨਪ੍ਰੀਤ ਦੇ ਵਕੀਲ ਦੇ ਵੱਲੋਂ ਅਪਲਾਈ ਕੀਤਾ ਜਾਂਦਾ, ਉੱਥੇ ਅਰਜ਼ੀ ਪਾਈ ਜਾਂਦੀ ਹੈ, ਜਾਂ ਸ਼ਗਨਪ੍ਰੀਤ ਭਾਰਤ ਆ ਕੇ ਜਾਂਚ ਦੇ ਵਿੱਚ ਸ਼ਾਮਿਲ ਹੁੰਦਾ ਹੈ। ਇਹ ਵੀ ਆਪਣੇ ਆਪ ਵਿੱਚ ਵੇਖਣ ਵਾਲੀ ਗੱਲ ਹੈ।
ਤੇ ਸਭ ਦੇ ਵਿੱਚ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਗੋਲੀ ਚੱਲੀ ਹੈ। ਮਿਨੀ ਬੱਸ ਆਪਰੇਟਰ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਬੱਬੂ ਤੇ ਗੋਲੀ ਚੱਲੀ ਹੈ। अणपछाते बदमाशा ने गोली चलाई है ते पुलिस ने मामला दर्ज करके जांच शुरू कर दी है। अमृतसर तो यह वड्डी खबर सामने आ रही है। मिनी बस ऑपरेटर के प्रधान बलदेव बब्बू ते गोली चली है। अणपछाते बदमाशा ने यह गोली चलाई है ते पुलिस ने मामला दर्ज करके जांच जिहड़ा है शुरू कर दी है। इस वेले दी अहम खबर तुहानूं दस रहे हैं। अमृतसर के बस स्टैंड ते गोली चलन की वारदात जिहड़ी हैगी है वो वापरी है ते नेड़े तेड़े दी सीसीटीवी फुटेज जिहड़ी हैगी उसनूं खंगाल रही है पुलिस। मिनी बस ऑपरेटर यूनियन दे प्रधान जिहड़ा हैगा पंजाब दे प्रधान बलदेव सिंह बब्बू ते गोली चली है। साडे सहयोगी राजीव शर्मा फोन लाइन ते साडे नाल जुड़ रहे ने। राजीव, बलदेव सिंह बब्बू ते गोली चली है अमृतसर दे विच बस स्टैंड विच गोलीबारी दी जिहड़ी घटना जिहड़ी सामने आई है की हैगा मामला की हैगा और पुलिस जांच विच की सामने आ रहा है? बलदेव सिंह बब्बू की हालत फिलहाल की है? जी देखो, जो बलदेव सिंह बब्बू ने मिनी बस ऑपरेटर जी यूनियन है पंजाब उसके प्रधान ने और ये सवेरे तड़के जानकारी मिलती है कि उन्होंने उपर किसी शख्स वालों गोली चलाई गई। हालांकि पुलिस मामले की जांच कर रही है। पुलिस वालों ये कहा जा रहा है कि हाले जांच की जा रही कि आखिरकार गोली चलाने वाले कौन सन। पर जो शुरुआती जांच दे विच या आस पास के लोगों तो जानकारी मिली है कि जो प्राइवेट बसां दे ऑपरेटर ने उन्हां दे विच आपस ही जिहड़ा बस स्टैंड तो समय ਨੂੰ ਲੈ ਕੇ ਜਿਹੜੀ ਕਿਤੇ ਨਾ ਕਿਤੇ ਤਕਰਾਰ ਜਿਹੜੀ ਪਿਛਲੇ ਸਮੇਂ ਤੋਂ ਲੰਮੇ ਸਮੇਂ ਤੋਂ ਚੱਲ ਰਹੀ ਸੀ ਤਾਂ ਅੱਜ ਉਸ ਕਰਕੇ ਹੋ ਸਕਦਾ ਉਹਨਾਂ ਦੇ ਉੱਪਰ ਗੋਲੀ ਚਲਾਈ ਗਈ ਹੋਵੇ। ਹਾਲਾਂਕਿ ਉਹਨਾਂ ਵੱਲੋਂ ਵੀ ਪੁਲਿਸ ਨੂੰ ਜੋ ਹੈ ਉਹ ਸ਼ਿਕਾਇਤ ਦੇ ਦਿੱਤੀ ਗਈ ਔਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਅਸੀਂ ਜਾਂਚ ਕਰ ਰਹੇ ਹਾਂ ਔਰ ਜਾਂਚ ਤੋਂ ਬਾਅਦ ਪੂਰੀ ਤਸਵੀਰ ਸਾਫ਼ ਹੋਏਗੀ ਕਿ ਆਖਿਰਕਾਰ ਕੋਈ ਹੋਰ ਰੰਜਿਸ਼ ਸੀ ਜਾਂ ਫਿਰ ਬੱਸ ਸਟੈਂਡ ਦੇ ਨਾਲ ਜੁੜਿਆ ਹੋਇਆ ਮਾਮਲਾ। ਪਰ ਇਹ ਜ਼ਰੂਰ ਹੈ ਕਿ ਬਲਦੇਵ ਸਿੰਘ ਬੱਬੂ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਦੇ ਉੱਪਰ ਗੋਲੀ ਚਲਾਈ ਗਈ ਪਰ ਉਹ ਇਸ ਗੋਲੀਬਾਰੀ ਦੇ ਵਿੱਚ ਵਾਲ-ਵਾਲ ਜੋ ਹੈ ਉਹ ਬਚਣ ਦੇ ਵਿੱਚ ਕਾਮਯਾਬ ਹੋਏ ਰਹੇ। ਜੀ ਗਗਨ जी, हमलावरां की गिनती कुछ समझ आई है? कोई सामने आया तथ्य या बलदेव सिंह बब्बू ने कोई बयान दिता हुए किन्ने हमलावर सीगे, किवें आए, किवें अटैक किया? राजीव जी हाँ, उन्होंने वालों तो जरूर ये गल कही जा रही है पर क्योंकि जो तक अधिकारिक तौर पर इसके बारे नहीं पुष्टि की जाती क्योंकि बस स्टैंड के CCTV कैमरे भी लगे हुए हैं। पुलिस का कहना कि असं CCTV कैमरे की जी फुटेज है वो भी कब्जे के लैके पूरी जांच करांगे। उस तो बाद ये स्पष्ट होएगा कि आखिरकार सचमुच उन्होंने उपर गोली चलाने वाले जो लोग सी उन्होंने कोई निजी रंजिश रखने वाले सी या फिर बस ऑपरेटरों के नाल संबंधित ने। तो जांच की जा रही, कुछ देर बाद स्पष्ट होएगा कि आखिरकार कितने लोग सन, की उन्होंने जानकार सन या गोली चलाने की कोई वजह या मंशा होर सी या फिर पुरानी जी रंजिश है या बस स्टैंड नूं या बसां दे समय नूं लैके जो तकरार लंबे समय तो चलती आ रही कि उही वजह है या उस तो इलावा कोई होर वजह। तो इस बारे पुलिस जो है CCTV फुटेज हालांकि उन्होंने बयान जिहड़े ने वो जरूर दरखास्त उन्होंने वालों थाने में दे दी गई है। पुलिस जांच दे विच जुटी हुई है। जी बहुत बहुत शुक्रिया राजीव इस तमाम जानकारी दे। उधर सिमरनजीत सिंह मान ने हलफ लिया है। संगरूर तो मैंबर पार्लीमेंट चुने गए ने सिमरनजीत सिंह मान, उन्होंने सांसद वजों सो चुकी है। संगरूर तो वो मैंबर पार्लीमेंट बने ने ते अज उन्होंने जिहड़ा हैगा हलफ लिया। सिमरनजीत सिंह मान ने हलफ लिया बतौर मैंबर पार्लीमेंट। सो सिमरनजीत सिंह मान नजर आ रहे हैं हलफ लेंदे हुए। लोक सभा के स्पीकर ओम बिरला ने उन्होंने सौं चुकाई बतौर मैंबर पार्लीमेंट। पर इस हलफ लैण तो बाद भी अपना विवादित बयान जिहड़ा सीगा उस ते उन्हां दा स्टैंड कायम है। भगत सिंह नूं अतवादी करार दिता सी सिमरनजीत सिंह मान ने ते उन्होंने सीधे तौर पर कहा कि वो इस बयान ते मुआफ़ी नहीं मंगणगे। कि मैं कानून राही स्थापित भारत के संविधान प्रति सच्ची श्रद्धा ते निष्ठा रखांगा। भारत की सर्व समर्था और अखंडता नूं कायम रखांगा और इस अहुदे दे मैं संभालण वाला हाँ उस दे कर्तव्य नूं श्रद्धापूर्वक निभावांगा। थैंक यू मिस्टर स्पीकर। कहता हाँ कि मैं कानून राही स्थापित भारत के संविधान प्रति सच्ची श्रद्धा ते निष्ठा रखांगा। भारत की सर्व
ਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਇਸ ਅਹੁਦੇ ਦੇ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤੱਵ ਨੂੰ ਸ਼ਰਧਾਪੂਰਵਕ। ਤੇ ਉਧਰ ਪੰਜਾਬ ਤੋਂ ਨਵੇਂ ਬਣੇ ਰਾਜ ਸਭਾ ਸਾਂਸਦ ਜਿਹੜੇ ਸੀਗੇ ਉਹਨਾਂ ਨੇ ਵੀ ਹਲਫ ਲਿਆ। ਹਰਭਜਨ ਸਿੰਘ, ਸੰਦੀਪ ਪਾਠਕ, ਵਿਕਰਮਜੀਤ ਸਿੰਘ ਸਾਨੀ ਨੇ ਹਲਫ ਲਿਆ। ਹਰਭਜਨ ਸਿੰਘ ਨੂੰ ਤੁਸੀਂ ਦੇਖ ਰਹੇ ਹੋ ਕਿ ਮੈਂ ਭਾਰਤ ਰਾਜ ਸਭਾ ਦੇ ਵਿੱਚ ਹਲਫ ਲੈਂਦੇ ਹੋ। ਨੂੰ ਬਰਕਰਾਰ ਰੱਖਾਂਗਾ। ਜੋ ਕਰਤੱਵ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ। बैठ के 10 कर। ਮੈਂ ਹਰਭਜਨ ਸਿੰਘ ਪਲਾਹਾ ਜੋ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸਹੁੰ ਚੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ। ਜੋ ਕਰਤੱਵ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ। बैठ के 10 कर। मैं संदीप कुमार पाठक जो राज्यसभा का सदस्य निर्वाचित हुआ हूं, ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा। मैं भारत की प्रभुता और अखंडता अक्षुण्ण रखूंगा और जिस पद को मैं ग्रहण करने वाला हूं उसके कर्तव्यों का श्रद्धापूर्वक निर्वहन करूंगा। बैठ के 10 कर। मैं ਵਿਕਰਮਜੀਤ ਸਿੰਘ ਸਾਹਨੀ ਜੋ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜੋ ਕਰਤੱਵ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ। श्री हरभजन सिंह